सुने तकी ना जाइयो दिन हार देखना। ਗੁਰੂ ਪਿਆਰੀ ਸਤਿਕਾਰਿਓ ਸਾਧ ਸੰਗਤ ਜੀ, ਰਾਧਾ ਸੁਆਮੀ ਜੀ। ਅੱਜ ਬਾਬਾ ਜੀ ਨੇ 10 ਨਵੰਬਰ 2024 ਨੂੰ ਡੇਰਾ ਬਿਆਸ ਵਿੱਚ ਸਤਸੰਗ ਫਰਮਾਇਆ ਤੇ ਅੱਜ ਕਈ ਦੋਸਤਾਂ ਦੀ ਫੇਵਰੇਟ ਬਾਣੀ ਲਈ ਸੀ ਤੁਲਸੀ ਸਾਹਿਬ ਜੀ ਦੀ। ਦਿਲ ਕਾ ਹੁਜਰਾ ਸਾਫ਼ ਕਰ ਜਾना के आने के लिए, ध्यान गैरों का उठा उसके बिठाने के लिए। ਅੱਜ ਸੰਗਤ ਨਾਰਮਲ ਹੀ ਸੀ, ਲੇਕਿਨ ਫਿਰ ਵੀ ਸਤਸੰਗ ਤੋਂ ਬਾਅਦ ਜਾਮ ਕਾਫੀ ਟਾਈਮ ਤੱਕ ਲੱਗਿਆ ਰਿਹਾ। ਜਿੱਥੇ ਬਿਆਸ ਦਰਿਆ ਦਾ ਪੁੱਲ ਆ ਉੱਥੇ ਤੱਕ ਜਾਮ ਲੱਗਿਆ ਹੋਇਆ ਸੀ। ਅਤੇ ਅੱਜ ਕੁਝ ਇਹੋ ਜਿਹੀ ਗੱਲ ਬਾਬਾ ਜੀ ਨੇ ਕਹੀ ਕਿ ਜਿਹਨੂੰ ਸੁਣ ਕੇ ਉਸੇ ਟਾਈਮ ਕੁਝ ਸੰਗਤ ਇਮੋਸ਼ਨਲ ਹੋ ਗਈ, ਰੋਣ ਦੀ ਆਵਾਜ਼ ਆ ਰਹੀ ਸੀ ਅਤੇ ਸ਼ਾਇਦ ਤੁਸੀਂ ਵੀ ਸੁਣ ਕੇ ਭਾਵੁਕ ਹੋ ਸਕਦੇ ਹੋ। ਅਤੇ ਜਦੋਂ ਬਾਬਾ ਜੀ ਸਟੇਜ 'ਤੇ ਆਏ ਉਸ ਟਾਈਮ ਸ਼ਬਦ ਚੱਲ ਰਿਹਾ ਸੀ, ਦੁੱਖ ਭੰਜਨ ਤੇਰਾ ਨਾਮ ਜੀ। ਸਤਸੰਗ ਅੱਜ 1 ਘੰਟੇ ਦੇ ਕਰੀਬ ਹੋਇਆ। 9:30 ਵੱਜਣ ਤੋਂ ਕੁਝ ਮਿੰਟ ਪਹਿਲਾਂ ਹੀ ਬਾਬਾ ਜੀ ਸਟੇਜ 'ਤੇ ਆ ਕੇ ਵਿਰਾਜਮਾਨ ਹੋਏ, ਨਾਲ ਹੀ ਹਜ਼ੂਰ ਜਸਦੀਪ ਸਿੰਘ ਜੀ ਵੀ। ਅਤੇ ਬਾਬਾ ਜੀ ਨੇ ਕਰੀਮ ਕਲਰ ਦਾ ਜੋ ਆਪਾਂ ਨੇ ਫੋਟੋਜ਼ ਵਿੱਚ ਦੇਖਿਆ ਵਾ ਉਹ ਸਵੈਟਰ ਪਾਇਆ ਹੋਇਆ ਸੀ ਅਤੇ ਹਜ਼ੂਰ ਜੀ ਨੇ ਲੋਈ ਲਈ ਹੋਈ ਸੀ। ਅਤੇ ਜੋ TV ਸਕਰੀਨਸ ਹੈਗੇ ਨੇ ਉਹ ਮੇਰੇ ਖਿਆਲ ਨਾਲ ਨਵੇਂ ਲੱਗੇ ਨੇ, ਜੋ ਕਲੈਰਿਟੀ ਬਹੁਤ ਵਧੀਆ ਦਿਖ ਰਹੀ ਸੀ ਸੰਗਤ ਵਾਸਤੇ। ਤਾਂ ਸ਼ੁਰੂ ਕਰਦੇ ਹਾਂ ਅੱਜ ਦੇ ਮੇਨ ਪੁਆਇੰਟਸ। ਨਵੇਂ ਦੋਸਤ ਸਬਸਕ੍ਰਾਈਬ ਵੀ ਕਰ ਸਕਦੇ ਆ। राज कुल का कुल, इस परदाए सिहा की यरा पार देखना। ਬਾਬਾ ਜੀ ਨੇ ਸ਼ੁਰੂਆਤ ਵਿੱਚ ਕਿਹਾ ਕਿ ਇਹ ਗਜ਼ਲ ਤੁਲਸੀ ਸਾਹਿਬ ਜੀ ਦੀ ਹੈ। ਇੱਕ ਮੁਸਲਮਾਨ ਜਿਗਿਆਸੂ ਸ਼ੇਖ ਤਕੀ ਖੁਸ਼ਕਿਸਮਤੀ ਸੀ ਕਿ ਉਹਨੇ ਆਪਣਾ ਡੇਰਾ, ਆਪਣਾ ਖੇਮਾ ਤੁਲਸੀ ਸਾਹਿਬ ਜੀ ਦੇ ਡੇਰੇ ਕੋਲੇ ਲਗਾਇਆ। ਤਾਂ ਜਦੋਂ ਪਤਾ ਲੱਗਿਆ ਕਿ ਇੱਥੇ ਵੀ ਕੋਈ ਮਾਲਿਕ ਦਾ ਪਿਆਰਾ ਰਹਿੰਦਾ ਹੈ ਤਾਂ ਉਹਨਾਂ ਕੋਲੇ ਹਾਜ਼ਰ ਹੋ ਕੇ ਤਾਂ ਉਸ ਵਾਰਤਾਲਾਪ ਵਿੱਚ ਜਦੋਂ ਚੰਦ ਸਵਾਲਾਤ ਕੀਤੇ ਪਰਮਾਰਥ ਬਾਰੇ, ਰੂਹਾਨੀਅਤ ਬਾਰੇ, ਤਾਂ ਉਹਨਾਂ ਨੂੰ ਸਮਝਾਉਣ ਵਾਸਤੇ ਇਹ ਗਜ਼ਲ ਉਚਾਰੀ ਗਈ ਸੀ। ਅੱਗੇ ਬਾਬਾ ਜੀ ਨੇ ਦਿਲ ਦੀ ਸਫਾਈ ਬਾਰੇ ਕਿਹਾ ਕਿ ਤੁਲਸੀ ਸਾਹਿਬ ਫਰਮਾਉਂਦੇ ਹਨ, ਦਿਲ ਕਾ ਹੁਜਰਾ ਸਾਫ਼ ਕਰ। ਹੁਣ ਸਫਾਈ ਇਹ ਜ਼ਰੂਰੀ ਨਹੀਂ ਕਿ ਕੋਈ ਚੀਜ਼ ਗੰਦੀ ਹੋਵੇ ਤਾਂ ਹੀ ਸਫਾਈ ਕੀਤੀ ਜਾਵੇ। ਹੁਣ ਘਰਾਂ ਨੂੰ ਆਪਾਂ ਰੋਜ਼ ਸਾਫ਼ ਕਰਦੇ ਹਾਂ ਕਿਉਂਕਿ ਸਾਨੂੰ ਫਿਕਰ ਰਹਿੰਦਾ ਹੈ ਕਿ ਜੇ ਇੱਕ ਵਾਰੀ ਮੈਲ ਜੰਮਣੀ ਸ਼ੁਰੂ ਹੋ ਜਾਏ ਫਿਰ ਉਨੀ ਜ਼ਿਆਦਾ ਦਿੱਕਤ ਆਊਗੀ, ਉਨੀ ਹੋਰ ਮਿਹਨਤ ਕਰਨੀ ਪਊਗੀ। ਇਸ ਕਰਕੇ ਆਦਤ ਅਨੁਸਾਰ ਆਪਾਂ ਰੋਜ਼ ਸਵੇਰੇ ਉੱਠ ਕੇ ਘਰਾਂ ਵਿੱਚ ਸਫਾਈ ਕਰਦੇ ਹਾਂ, ਮਗਰ ਇੱਥੇ ਆਪ ਅੰਦਰਲੀ ਸਫਾਈ ਦੀ ਗੱਲ ਕਰ ਰਹੇ ਹਨ। ਨੈਕਸਟ ਪੁਆਇੰਟ ਬਾਬਾ ਜੀ ਨੇ ਰੂਹਾਨੀਅਤ ਦੀ ਭਗਤੀ ਬਾਰੇ ਕਿਹਾ ਕਿ ਅਸੀਂ ਉਸ ਰੂਹਾਨੀਅਤ ਦੇ ਰਸਤੇ ਨੂੰ ਅਪਣਾਉਣ ਦੇ ਕਾਬਿਲ ਹਾਂ। ਕੀ ਅਸੀਂ ਸਮਝਦੇ ਹਾਂ ਕਿ ਉਸ ਜਗ੍ਹਾ 'ਤੇ ਮਾਲਿਕ ਦਾ ਨਿਵਾਸ ਹੋ ਸਕੇ। ਹੁਜਰੇ ਦਾ ਮਤਲਬ ਸਮਝਾਇਆ ਗਿਆ ਕਿ ਹੁਜਰਾ ਕਹਿੰਦੇ ਹਨ ਜੋ ਘਰ ਦੇ ਸਭ ਤੋਂ ਅੰਦਰਲੀ ਜਗ੍ਹਾ ਹੁੰਦੀ ਹੈ, ਕਿ ਪਹਿਲਾਂ ਤਾਂ ਭਾਈ ਉਹਨੂੰ ਆਪਾਂ ਸਾਫ਼ ਸੁਥਰਾ ਕਰੀਏ, ਉਸ ਮਾਲਿਕ ਦੇ ਲਾਇਕ, ਉਸ ਮਾਲਿਕ 'ਤੇ ਕਾਬਲ ਤਾਂ ਬਣਾਈਏ, ਫਿਰ ਹੀ ਅਸੀਂ ਉਹ ਭਗਤੀ ਕਰਕੇ ਉਹਦੇ ਨਾਲ ਮਿਲਾਪ ਹਾਸਿਲ ਕਰਾਂਗੇ। ਹੁਣ ਦੇਖੋ, ਘਰ ਵਿੱਚ ਬਰਤਨ ਹੈ, ਉਹਦੇ ਵਿੱਚ ਰੋਜ਼ ਰੋਟੀ ਬਣਾਈਏ, ਬਰਤਨ ਨੂੰ ਸਾਫ਼ ਨਾ ਕਰੀਏ ਤਾਂ ਕੀ ਹੋਊਗਾ। ਆਹਿਸਤਾ ਆਹਿਸਤਾ ਉਸ ਬਰਤਨ 'ਤੇ ਮੈਲ ਜੰਮਣੀ ਸ਼ੁਰੂ ਹੋ ਜਾਊਗੀ। ਫਿਰ ਕੋਈ ਆ ਕੇ ਯਾਦ ਕਰਾਉਂਦਾ ਹੈ ਕਿ ਭਾਈ ਬਰਤਨ ਗੰਦਾ ਹੈ, ਬਿਮਾਰੀ ਆ ਜਾਊਗੀ, ਹੋਰ ਕੋਈ ਦਿੱਕਤ ਆ ਜਾਊਗੀ, ਇਹਨੂੰ ਸਾਫ਼ ਤਾਂ ਕਰ ਲਿਆ ਕਰੋ। ਐਸੀ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਤਹਿ ਮੈਲ ਦੀ ਉਤਰਦੀ ਹੈ, ਦੂਜੀ ਹੋਰ ਦਿਖਾਈ ਦਿੰਦੀ ਹੈ।
ਹੁਣ ਹਿੰਮਤ ਛੱਡ ਕੇ ਬੈਠ ਜਾਵਾਂਗੇ, ਉਹ ਬਰਤਨ ਗੰਦੇ ਦਾ ਗੰਦਾ ਹੀ ਰਹੂਗਾ। ਮਗਰ ਜੇ ਬਰਤਨ ਨੂੰ ਰਗੜਦੇ ਜਾਵਾਂਗੇ ਕਿਤੇ ਨਾ ਕਿਤੇ ਉਹਦੀ ਤਹਿ ਤੱਕ ਪਹੁੰਚ ਜਾਵਾਂਗੇ। ਉੱਥੇ ਫਿਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਬਰਤਨ ਕੋਈ ਹੋਰ ਚੀਜ਼ ਹੈ, ਇਹ ਮੈਲ ਕੋਈ ਹੋਰ ਚੀਜ਼ ਸੀ। ਤਾਂ ਉਸੇ ਤਰ੍ਹਾਂ ਸਾਡੇ ਮਨ ਦੇ ਉੱਤੇ ਉਹ ਕਰਮਾਂ ਦੀ ਇੰਨੀ ਮੈਲ ਚੜ੍ਹ ਗਈ ਹੈ ਕਿ ਅਸੀਂ ਉਹਨੂੰ ਹੀ ਅਸਲ ਸਮਝ ਕੇ ਬੈਠ ਗਏ ਹਾਂ। ਇਸ ਕਰਕੇ ਆਪਨੇ ਸਮਝਾਇਆ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਇਆ ਸਿਆ। ਇੱਕ ਜਨਮ ਦੀ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਇਹਨੇ ਇਕੱਠੀ ਕੀਤੀ ਹੋਈ ਹੈ। ਸੋ ਇਹ ਮੈਲ ਕਿਵੇਂ ਸਾਫ਼ ਕਰਨੀ ਹੈ, ਔਰ ਨਾਲ ਇਹ ਵੀ ਸਮਝਾ ਦਿੱਤਾ ਕਿ ਇਹ ਮਨ ਦੀ ਅਸਲ ਅਵਸਥਾ ਨਹੀਂ ਹੈ। ਮਨ ਤਾਂ ਸੱਚਾ ਔਰ ਸੁੱਚਾ ਸੀ। ਅਸੀਂ ਇਹ ਗੰਦਗੀ ਵਿੱਚੋਂ ਗੁਜ਼ਰਦੇ ਹੋਏ, ਇਹ ਚੰਗੇ ਮਾੜੇ ਪ੍ਰਭਾਵ ਇਕੱਠੇ ਕਰਦੇ ਹੋਏ ਇਹਦੀ ਇਹੋ ਜਿਹੀ ਅਵਸਥਾ ਬਣਾ ਦਿੱਤੀ। ਇਸ ਕਰਕੇ ਮਨ ਦੀ ਅਸਲ ਅਵਸਥਾ ਨੂੰ ਸਮਝਾਉਂਦੇ ਹੋਏ ਆਪ ਨੇ ਫਰਮਾਇਆ ਸੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਕਿ ਤੇਰਾ ਅਸਲ ਤਾਂ ਉਹ ਪ੍ਰਕਾਸ਼ ਸੀ, ਇਹ ਤਾਂ ਚਮਕਦਾ ਹੋਇਆ ਬਰਤਨ ਸੀ। ਇਹ ਗੰਦਗੀ ਤਾਂ ਤੂੰ ਆਪਣੇ ਸਫ਼ਰ ਵਿੱਚ ਇਕੱਠੀ ਕੀਤੀ ਹੋਈ ਹੈ। ਨੈਕਸਟ ਪੁਆਇੰਟ, ਬਾਬਾ ਜੀ ਨੇ ਸਾਨੂੰ ਇੱਕ ਤਿਆਰੀ ਵਿੱਚ ਲਾਉਣ ਨੂੰ ਕਿਹਾ ਕਿ ਸਾਨੂੰ ਇੱਕ ਤਿਆਰੀ ਵਿੱਚ ਲੱਗਣ ਦੀ ਜ਼ਰੂਰਤ ਹੈ। ਕਿ ਇਸ ਕਰਕੇ ਅਗਰ ਆਪਾਂ ਮਾਲਿਕ ਦੀ ਭਗਤੀ ਵਿੱਚ ਲੱਗਣਾ ਹੈ, ਪਹਿਲਾਂ ਸਾਨੂੰ ਥੋੜ੍ਹੀ ਜਿਹੀ ਤਿਆਰੀ ਕਰਨ ਦੀ ਲੋੜ ਹੈ। ਆਪਾਂ ਚੱਲ ਤਾਂ ਪੈਂਦੇ ਹਾਂ, ਮਗਰ ਜਿੰਨਾ ਚਿਰ ਸਾਨੂੰ ਤੌਰ ਤਰੀਕੇ ਦਾ ਨਹੀਂ ਪਤਾ, ਜਿੰਨਾ ਚਿਰ ਸਾਨੂੰ ਯੁਕਤੀ ਦੀ ਸਮਝ ਨਹੀਂ ਹੈ, ਕਰਨੀ ਜ਼ਰੂਰ ਪਾਵਾਂਗੇ ਮਗਰ ਅੱਗੇ ਨਹੀਂ ਵਧਾਂਗੇ। ਸੋ ਇਸ ਕਰਕੇ ਸਾਨੂੰ ਸਹੀ ਜਾਗਰਤਾ ਚਾਹੀਦੀ ਹੈ ਕਿ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਤਾਂ ਅਸੀਂ ਉਸ ਮੁਕਾਮ ਨੂੰ ਹਾਸਿਲ ਕਰ ਸਕਾਂਗੇ। ਅੱਗੇ ਬਾਬਾ ਜੀ ਨੇ ਗੈਰਾਂ ਬਾਰੇ ਸਮਝਾਇਆ ਕਿ ਇਹ ਗੈਰ ਕੌਣ ਹਨ, ਜਿਨ੍ਹਾਂ ਨੂੰ ਅਸੀਂ ਆਪਣਾ ਸਮਝ ਕੇ ਬੈਠੇ ਹਾਂ। ਧਿਆਨ ਗੈਰੋਂ ਕਾ ਉਠਾ ਉਸਕੇ ਬਿਠਾਣੇ ਕੇ लिए। ਜਦੋਂ ਦੀ ਆਪਾਂ ਹੋਸ਼ ਸੰਭਾਲੀ ਹੈ, ਸਾਰਾ ਧਿਆਨ ਇਹਨਾਂ ਰਿਸ਼ਤੇ ਨਾਤਿਆਂ ਉੱਤੇ ਰਹਿੰਦਾ ਹੈ। ਕਿਹੜਾ ਅਸੂਲ ਅਸੀਂ ਕੁਰਬਾਨ ਨਹੀਂ ਕਰਦੇ ਇਹਨਾਂ ਰਿਸ਼ਤਿਆਂ ਨਾਤਿਆਂ ਨੂੰ ਨਿਭਾਉਣ ਵਾਸਤੇ, ਔਰ ਅੰਤ ਸਮੇਂ ਕੀ ਇਹ ਨਿਭ ਸਕਦੇ ਹਨ। 9ਵੀਂ ਪਾਤਸ਼ਾਹੀ ਨੇ ਕਿਹਾ ਸੀ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਇੱਕ ਦਿਨ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਹੈ, ਇਹ ਸਾਥ ਨਹੀਂ ਦੇ ਸਕਦੇ। ਔਰ ਵੱਡੇ ਮਹਾਰਾਜ ਜੀ ਇਹਨਾਂ ਨੂੰ ਮਿੱਠੇ ਠੱਗ ਕਹਿ ਕੇ ਬਿਆਨ ਕਰਿਆ ਕਰਦੇ ਸਨ। ਆਪ ਕਹਿੰਦੇ ਹੁੰਦੇ ਸੀ ਕਿ ਹੁਣ ਚੋਰ ਕੌਣ ਹੈ, ਜਿਹੜਾ ਰਾਤ ਦੇ ਅੰਧੇਰੇ ਵਿੱਚ ਸਾਰਾ ਕੁਝ ਚੋਰੀ ਕਰਕੇ ਲੈ ਜਾਂਦਾ ਹੈ। ਮਗਰ ਠੱਗ ਕੌਣ ਹੈ? ਠੱਗ ਉਹ ਹੈ ਜਿਹੜਾ ਅਪਨਾਹਤ ਜਤਾ ਕੇ, ਸਾਡਾ ਆਪਣਾ ਬਣ ਕੇ ਸਾਨੂੰ ਫੇਰ ਧੋਖਾ ਦੇ ਜਾਂਦਾ ਹੈ। ਹੁਣ ਅਸੀਂ ਸਾਰੀ ਉਮਰ ਇਹ ਰਿਸ਼ਤਿਆਂ ਨੂੰ ਹਾਸਿਲ ਕਰਨ ਵਿੱਚ ਲੱਗੇ ਹੋਏ ਹਾਂ। ਅੱਗੇ 9ਵੀਂ ਪਾਤਸ਼ਾਹੀ ਜੀ ਦੀ ਇੱਕ ਬਹੁਤ ਸੁੰਦਰ ਤੁਕ ਫਰਮਾਈ ਗਈ ਸੀ, ਸੰਗ ਸਖਾ ਕੋਟ ਨਾ ਨਿਭਿਓ ਸਾਥ, ਇੱਦਾਂ ਕੁਝ, ਕਿ ਇਹ ਸਭ ਗਰਜ਼ਾਂ ਦੇ ਰਿਸ਼ਤੇ ਹਨ। ਗਰਜ਼ਾਂ ਦੇ ਰਿਸ਼ਤੇ ਹਨ, ਗਰਜ਼ ਖਤਮ ਹੋ ਜਾਂਦੀ ਹੈ, ਆਪਣੇ ਬੱਚੇ ਪਹਿਚਾਨਣ ਤੋਂ ਇਨਕਾਰ ਕਰ ਦਿੰਦੇ ਹਨ। ਸਤਸੰਗ ਦੇ ਦੌਰਾਨ ਬਾਬਾ ਜੀ ਨੇ ਇਹ ਵੀ ਫਰਮਾਇਆ ਕਿ ਹੁਣ ਤੁਸੀਂ ਦੇਖੋ, ਸਾਡਾ ਸਭ ਤੋਂ ਨਜ਼ਦੀਕੀ ਸਾਡਾ ਇਹ ਸਰੀਰ ਹੈ ਨਾ, ਇਹ ਜਿੰਦੇ ਜੀ ਇਹ ਸਰੀਰ ਸਾਥ ਨਹੀਂ ਦਿੰਦਾ, ਬਾਕੀ ਨੇ ਤਾਂ ਕੀ ਦੇਣਾ ਸੀ। ਕੋਈ ਬਿਮਾਰੀ ਆ ਜਾਵੇ, ਕੋਈ ਤਕਲੀਫ ਆ ਜਾਵੇ, ਇਹ ਸਰੀਰ ਸਾਡਾ ਸਾਥ ਛੱਡਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਕੌਣ ਹੈ, ਸਾਨੂੰ ਸੋਚ ਵਿਚਾਰ ਕਰਨ ਦੀ ਲੋੜ ਹੈ ਕਿ ਕੌਣ ਹੈ ਜੋ ਇਸ ਰਿਸ਼ਤੇ ਨੂੰ ਨਿਭਾ ਸਕਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਨਾਮ, ਨਾਮ ਦੇਣ ਵਾਲਾ ਕੁਲ ਮਾਲਿਕ, ਇਹੀ ਰਿਸ਼ਤੇ ਨਿਭਾ ਸਕਦੇ ਹਨ। ਬਾਕੀ ਗਰਜ਼ ਖਤਮ ਹੋ ਜਾਂਦੀ ਹੈ, ਸਾਰੇ ਉੱਥੇ ਹੀ ਛੱਡ ਕੇ ਚਲੇ ਜਾਂਦੇ ਹਨ। ਸੱਜਣ ਸੇਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਸੱਚਾ ਮੀਤ, ਸੱਚਾ ਦੋਸਤ, ਸੱਚਾ ਰਿਸ਼ਤੇਦਾਰ ਤਾਂ ਉਹ ਹੈ ਜਿਹੜਾ ਜ਼ਰੂਰਤ ਦੇ ਵਕਤ ਕੰਮ ਆਉਂਦਾ ਹੈ। ਸਾਨੂੰ ਜ਼ਰੂਰਤ ਕਦੋਂ ਪਊਗੀ? ਜਦੋਂ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪਊਗਾ। ਕਿ ਉਸ ਵਕਤ ਤੁਹਾਡੇ ਮਾਂ-ਬਾਪ, ਤੁਹਾਡਾ ਰਿਸ਼ਤੇਦਾਰ, ਤੁਹਾਡੇ ਬਾਲ ਬੱਚੇ ਤੁਹਾਡਾ ਦੁੱਖ ਬਣ ਸਕਦੇ ਹਨ। ਕਰਮੋ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਦਾ ਹਿਸਾਬ ਕਿਤਾਬ ਤਾਂ ਭਾਈ ਹਰੇਕ ਨੂੰ ਦੇਣਾ ਪਊਗਾ। ਕਬੀਰ ਸਾਹਿਬ ਨੇ ਕਿਹਾ ਸੀ, ਕਰਮ ਜੋ ਜੋ ਕਰੇਗਾ ਤੂੰ ਵਹੀ ਫਿਰ ਭੋਗਣਾ ਭਰਨਾ।
ਇਹ ਵੀ ਦੋਸਤੋ ਬਾਬਾ ਜੀ ਨੇ ਬਹੁਤ ਇਮੋਸ਼ਨਲ ਗੱਲ ਕਹੀ ਕਿ ਜਦੋਂ ਬੋਝ ਸਾਰਾ ਸਾਨੂੰ ਚੁੱਕਣਾ ਪਊਗਾ, ਉੱਥੇ ਕਿਸੇ ਨੇ ਸਾਥ ਨਹੀਂ ਦੇਣਾ ਤੇ ਉਹਨਾਂ ਵਾਸਤੇ ਆਪਾਂ ਇੰਨੀਆਂ ਕੁਰਬਾਨੀਆਂ ਦੇ ਰਹੇ ਹਾਂ। ਹਜ਼ੂਰ ਜੀ ਫਰਮਾਇਆ ਕਰਦੇ ਸਨ ਕਿ ਆਪਾਂ ਸਾਰੀ ਉਮਰ ਪਰਾਏ ਗਧੇ ਬਣੇ ਬੈਠੇ ਹਾਂ, ਦੁਨੀਆ ਦਾ ਬੋਝ ਢੋਈ ਜਾਂਦੇ ਹਾਂ ਔਰ ਆਹਿਸਤਾ ਆਹਿਸਤਾ ਉਸ ਬੋਝ ਹੇਠਾਂ ਹੀ ਆਪਾਂ ਦਬ ਜਾਂਦੇ ਹਾਂ। ਅੱਗੇ ਬਾਬਾ ਜੀ ਨੇ ਹਜ਼ੂਰ ਜੀ ਦਾ ਬਹੁਤ ਸੁੰਦਰ ਉਦਾਹਰਨ ਦਿੱਤਾ ਤੇ ਕਈ ਸੰਗਤ ਇਹ ਵੀ ਸੁਣ ਕੇ ਇਮੋਸ਼ਨਲ ਹੋ ਗਈ ਸੀ ਕਿ ਬੱਚਾ ਬਾਪ ਦੀ ਉਂਗਲੀ ਫੜ ਕੇ ਮੇਲੇ ਵਿੱਚ ਜਾਂਦਾ ਹੈ। ਉਹ ਮੇਲੇ ਵਿੱਚ ਰੰਗ ਤਮਾਸ਼ੇ ਦੇਖਦਾ ਹੈ, ਉਹ ਖਿਡੌਣੇ ਦੇਖਦਾ ਹੈ, ਸਾਰਾ ਕੁਝ ਦੇਖਦਾ ਹੈ, ਬੜਾ ਖੁਸ਼ ਹੁੰਦਾ ਹੈ ਔਰ ਸੋਚਦਾ ਹੈ ਕਿ ਇਹਨਾਂ ਚੀਜ਼ਾਂ ਵਿੱਚੋਂ ਮੈਨੂੰ ਖੁਸ਼ੀ ਮਿਲ ਰਹੀ ਹੈ। ਮਗਰ ਉਸ ਭੀੜ ਭੜੱਕੇ ਵਿੱਚ ਗਲਤੀ ਦੇ ਨਾਲ ਬਾਪ ਦੀ ਉਂਗਲੀ ਛੁੱਟ ਜਾਂਦੀ ਹੈ। ਹੁਣ ਉਹ ਸਭ ਚੀਜ਼ਾਂ ਤਾਂ ਉੱਥੇ ਦੀਆਂ ਉੱਥੇ ਹੀ ਹਨ, ਮਗਰ ਹੁਣ ਉਸੇ ਭੀੜ ਭੜੱਕੇ ਵਿੱਚ ਉਹਨੂੰ ਆਪਣਾ ਬਾਪ ਦਿਖਾਈ ਨਹੀਂ ਦਿੰਦਾ। ਘਬਰਾ ਜਾਂਦਾ ਹੈ, ਰੋਣਾ ਚਿਲਾਣਾ ਸ਼ੁਰੂ ਕਰ ਦਿੰਦਾ ਹੈ। ਤਾਂ ਉਹਨੂੰ ਅਹਿਸਾਸ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਉਹ ਖੁਸ਼ੀ ਓਨਾ ਚਿਰ ਹੀ ਹਾਸਿਲ ਕਰ ਸਕਦਾ ਸੀ ਜਿੰਨਾ ਚਿਰ ਉਹਨੇ ਆਪਣੇ ਬਾਪ ਦੀ ਉਂਗਲੀ ਫੜੀ ਹੋਈ ਸੀ। ਬਾਪ ਦੀ ਉਂਗਲੀ ਛੁੱਟ ਜਾਂਦੀ ਹੈ, ਉਹੀ ਚੀਜ਼ਾਂ ਆ ਕੇ ਖਾਣ ਨੂੰ ਪੈਂਦੀਆਂ ਹਨ, ਤਾਂ ਕਿ ਅਸੀਂ ਆਪਣੇ ਬਾਪ ਦੀ ਉਂਗਲੀ ਫੜੀ ਹੋਈ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾ ਹੀ ਕੋਈ। ਸਭ ਕੁਝ ਕਰਨ ਕਰਾਉਣ ਵਾਲਾ, ਸਭ ਕੁਝ ਦੇਣ ਵਾਲਾ ਉਹ ਤਾਂ ਮਾਲਿਕ ਹੈ। ਅੱਗੇ ਬਾਬਾ ਜੀ ਨੇ ਫਰਮਾਇਆ ਕਿ ਅਸੀਂ ਤਾਂ ਬੜੇ ਆਰਾਮ ਨਾਲ, ਬੜੀ ਆਸਾਨੀ ਨਾਲ ਕਹਿ ਦਿੰਦੇ ਹਾਂ ਕਿ ਜੀ ਵਕਤ ਨਹੀਂ ਮਿਲਦਾ। ਤਾਂ ਇੱਦਾਂ ਦੋਸਤੋ ਬਾਬਾ ਜੀ ਸਾਨੂੰ ਸੱਚ ਦਾ ਅਹਿਸਾਸ ਕਰਾਉਂਦੇ ਹਨ ਕਿ ਜਿਨ੍ਹਾਂ ਚੀਜ਼ਾਂ ਵਾਸਤੇ ਅਸੀਂ ਇੰਨੀਆਂ ਕੁਰਬਾਨੀਆਂ ਦਿੰਦੇ ਹਾਂ, ਉਹੀ ਬੱਚੇ ਵੱਡੇ ਹੋ ਕੇ ਤੁਹਾਡਾ ਵਜੂਦ ਨਾ ਪਹਿਚਾਨਣ, ਕਹਿਣ ਤੁਹਾਡੇ ਵਾਸਤੇ ਵਕਤ ਨਹੀਂ, ਤੁਹਾਨੂੰ ਕਿਵੇਂ ਲੱਗੂ? ਤਾਂ ਕਿ ਇਹ ਆਪਾਂ ਉਸ ਪਰਮ ਪਿਤਾ ਪਰਮਾਤਮਾ ਨਾਲ ਨਹੀਂ ਕਰ ਰਹੇ। ਬਾਬਾ ਜੀ ਨੇ ਇਹ ਵੀ ਫਰਮਾਇਆ ਸੀ ਕਿ ਜਦੋਂ ਵਕਤ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਯਾਦ ਆ ਜਾਂਦੀਆਂ ਹਨ, ਤਾਂ ਕਿ ਸਾਡੀ ਜ਼ਿੰਮੇਵਾਰੀ ਮਾਲਿਕ ਦੇ ਤਰਫ ਕੋਈ ਨਹੀਂ ਹੈ ਜਿਨੇ ਸਾਰਾ ਕੁਝ ਦਿੱਤਾ ਹੈ। ਸਤਸੰਗ ਦੇ ਦੌਰਾਨ ਬਾਬਾ ਜੀ ਨੇ ਧਨ ਦੌਲਤ ਬਾਰੇ ਵੀ ਕਿਹਾ ਸੀ ਕਿ ਗੁਰੂ ਸਾਹਿਬ ਫਰਮਾਉਂਦੇ ਹਨ, ਪਾਪਾਂ ਵਾਜੋਂ ਹੋਏ ਨਾਹੀਂ, ਮੋਇਆ ਸੰਗ ਨਾ ਜਾਈ। ਪਹਿਲਾਂ ਤਾਂ ਇਹ ਪਾਪਾ ਤੋਂ ਬਗੈਰ ਇਕੱਠੀ ਨਹੀਂ ਹੁੰਦੀ, ਅੰਤ ਸਮੇਂ ਨਾਲ ਨਹੀਂ ਜਾਣੀ। ਮਗਰ ਅਸੀਂ ਕਿਹੜੀ ਗਲਤਫਹਿਮੀ ਵਿੱਚ ਫਸੇ ਹੋਏ ਹਾਂ। ਵੱਡੇ ਵੱਡੇ ਮਹਾਂਪੁਰਖ ਆਏ, ਵੱਡੇ ਵੱਡੇ ਧਨੀ ਆਏ, ਜਦੋਂ ਉਹ ਨਾਲ ਨਹੀਂ ਲੈ ਕੇ ਜਾ ਸਕੇ ਤਾਂ ਕਿ ਅਸੀਂ ਨਾਲ ਲੈ ਜਾਵਾਂਗੇ। ਇਸ ਕਰਕੇ ਇਸ ਤਮਾਸ਼ੇ 'ਚੋਂ ਨਿਕਲ ਕੇ ਸੱਚ ਦਾ ਅਹਿਸਾਸ ਕਰਨਾ ਹੈ। ਤੁਲਸੀ ਸਾਹਿਬ ਇਸ ਦੁਨੀਆ ਨੂੰ ਤਮਾਸ਼ਾ ਕਹਿ ਕੇ ਬਿਆਨ ਕਰ ਰਹੇ ਹਨ। ਸਤਸੰਗ ਦੇ ਦੌਰਾਨ ਬਾਬਾ ਜੀ ਨੇ ਇਹ ਵੀ ਫਰਮਾਇਆ ਸੀ ਕਿ ਇਹ ਦਿਲ, ਇਸ ਮਨ ਵਿੱਚ ਕਿੰਨੀਆਂ ਹੀ ਆਸ਼ਾ ਤ੍ਰਿਸ਼ਨਾਵਾਂ ਨੇ, ਇੱਕ ਇੱਛਾ ਇਹਦੀ ਪੂਰੀ ਨਹੀਂ ਹੁੰਦੀ, ਇਹ ਕਿੰਨੀਆਂ ਹੀ ਹੋਰ ਸਾਹਮਣੇ ਖੜੀਆਂ ਲਿਆ ਕੇ ਰੱਖ ਦਿੰਦਾ ਹੈ। ਆਸਾਂ ਪਰਵਤ ਜੇਡੀਆਂ, ਮੌਤ ਧੜਾਵਾਂ ਹੇਠ। ਇਹ ਤੁਹਾਡੀ ਚਾਹਤ ਤਾਂ ਹਿਮਾਲਿਆ ਦੇ ਪਹਾੜ ਨਾਲੋਂ ਵੀ ਜ਼ਿਆਦਾ ਵੱਡੀ ਹੈ। ਇਹਨੂੰ ਪੂਰਾ ਕਰਦੇ ਕਰਦੇ ਭੁੱਲ ਜਾਂਦੇ ਹਾਂ ਕਿ ਦੁਨੀਆ ਵਿੱਚ ਕੋਈ ਚੀਜ਼ ਮੁਫਤ ਨਹੀਂ ਮਿਲਦੀ, ਹਰੇਕ ਚੀਜ਼ ਦਾ ਹਿਸਾਬ ਕਿਤਾਬ ਦੇਣਾ ਪਊਗਾ। ਮੌਤ ਦਰਵਾਜ਼ਾ ਖਟਖਟਾ ਰਹੀ ਹੈ, ਕੀ ਜਾ ਕੇ ਜਵਾਬ ਦੇਵਾਂਗੇ ਕਿ ਕਿੰਨਾ ਕਾਰੋਬਾਰ ਵਧਾ ਲਿਆ, ਕਿੰਨੇ ਬਾਲ ਬੱਚੇ ਪੈਦਾ ਕਰ ਲਏ। ਬਾਬਾ ਜੀ ਨੇ ਕਿਰਨ ਦਾ ਵੀ ਉਦਾਹਰਨ ਦਿੱਤਾ ਸੀ ਕਿ ਹੁਣ ਸੂਰਜ ਕਿਰਨ ਤੋਂ ਬਗੈਰ ਰਹਿ ਸਕਦਾ ਹੈ, ਲੇਕਿਨ ਕਿਰਨ ਸੂਰਜ ਤੋਂ ਬਗੈਰ ਨਹੀਂ ਰਹਿ ਸਕਦੀ। ਇਸ ਲਈ ਲੋੜ ਸਾਨੂੰ ਹੈ, ਜ਼ਰੂਰਤ ਸਾਨੂੰ ਹੈ। ਤੁਲਸੀ ਸਾਹਿਬ ਫਰਮਾਉਂਦੇ ਹਨ, ਫਿਰ ਠਿਕਾਣਾ ਹੈ ਕਹਾਂ ਉਸਕੋ ਟਿਕਾਣੇ ਕੇ लिए। ਅੱਗੇ ਦੋਸਤੋ ਬਾਬਾ ਜੀ ਨੇ ਬਹੁਤ ਇਮੋਸ਼ਨਲ ਗੱਲ ਕਹੀ ਸੀ, ਜਿਸ ਨੂੰ ਸੁਣ ਕੇ ਸੰਗਤ ਭਾਵੁਕ ਹੋ ਗਈ ਸੀ ਕਿ ਆਪਾਂ ਅਲੈਗਜ਼ੈਂਡਰ ਦੀ ਕਹਾਣੀ ਸੁਣਦੇ ਹਾਂ ਕਿ ਦੇਖੋ ਯੂਨਾਨ ਤੋਂ, ਗਰੀਸ ਤੋਂ ਚੱਲਦਾ ਹੋਇਆ ਆਪਣੇ ਮੁਲਕ ਤੱਕ ਪਹੁੰਚ ਗਿਆ। ਤਾਂ ਇੱਥੇ ਉਹ ਸਾਧੂ ਬੈਠਾ ਸੀ ਬਿਆਸ ਦਰਿਆ ਦੇ ਕਿਨਾਰੇ ਉੱਤੇ। ਤਾਂ ਉਹਨੇ ਘੋੜਾ ਆਪਣਾ ਖੜਾ ਕਰਕੇ ਪੁੱਛਿਆ ਕਿ ਭਾਈ ਤੂੰ ਇੱਥੇ ਵਿਹਲਾ ਬੈਠਾ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਤਾਂ ਸਾਧੂ ਨੇ ਉੱਤੇ ਦੇਖਿਆ ਤੇ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ? ਕਹਿੰਦਾ ਮੈਂ ਯੂਨਾਨ ਦਾ ਬਾਦਸ਼ਾਹ ਹਾਂ। ਕਹਿੰਦਾ ਕੀ ਕਰਨ ਆਇਆ ਹੈ? ਕਹਿੰਦਾ ਮੈਂ ਦੇਸ਼ ਫਤਿਹ ਕਰਨ ਆਇਆ ਵਾ। ਫਿਰ ਕੀ ਕਰੋਗੇ? ਕਹਿੰਦਾ ਫਿਰ ਮੈਂ ਘਰ ਜਾ ਕੇ ਆਰਾਮ ਕਰੂੰਗਾ। ਤਾਂ ਉਹਨਾਂ ਨੇ ਕਿਹਾ ਭਲੇ ਮਾਨਸ,
ਇੰਨੇ ਲੋਕਾਂ ਨੂੰ ਮਾਰ ਕੇ, ਇੰਨੀਆਂ ਔਰਤਾਂ ਨੂੰ ਵਿਧਵਾ ਕਰਕੇ, ਇੰਨੇ ਕਤਲੇਆਮ ਦੇ ਬਾਅਦ ਫੇਰ ਤੂੰ ਕਹਿੰਦਾ ਹੈ ਮੈਂ ਆਰਾਮ ਕਰੂੰਗਾ। ਮੈਂ ਤਾਂ ਹੁਣ ਵੀ ਆਰਾਮ ਕਰ ਰਿਹਾ ਵਾ। ਇਹ ਗੱਲ ਸੁਣ ਕੇ ਸੰਗਤ ਥੋੜ੍ਹਾ ਜਿਹਾ ਮੁਸਕਰਾਈ, ਪਰ ਮੇਨ ਗੱਲ ਅੱਗੇ ਆਊਗੀ। ਤਾਂ ਮਨ ਨਹੀਂ ਟਿਕਦਾ। ਮਨ ਨੂੰ ਜਿੰਨਾ ਦਿਓਗੇ ਇਹ ਓਨਾ ਹੋਰ ਮੰਗੂਗਾ। ਇਹ ਸਾਡੀ ਆਪਣੀ ਚਾਹਤ ਹੈ ਜਿਹਨੇ ਸਾਨੂੰ ਇੰਨਾ ਭਟਕਾ ਦਿੱਤਾ ਹੈ। ਸੋ ਜਿੰਨਾ ਤਿੱਕਰ ਅਸੀਂ ਮਨ ਨੂੰ ਕਾਬੂ ਨਹੀਂ ਕਰਦੇ, ਇਹਨੂੰ ਤ੍ਰਿਪਤ ਨਹੀਂ ਆਉਣੀ। ਔਰ ਅੰਤ ਵਿੱਚ ਕੀ ਦੇਖਦੇ ਹਾਂ, ਜਦੋਂ ਉਹਦਾ ਅੰਤ ਸਮੇਂ ਆਇਆ, ਬਿਮਾਰ ਹੋ ਗਿਆ ਔਰ ਐਲਾਨ ਕਰਦਾ ਹੈ ਕਿ ਜੇ ਕੋਈ ਮੇਰੀ ਬਿਮਾਰੀ ਦੂਰ ਕਰ ਸਕਦਾ ਹੈ, ਮੈਂ ਉਹਨੂੰ ਅੱਧੀ ਦੌਲਤ ਦੇ ਦੂੰਗਾ। ਹੁਣ ਕੀ ਕੋਈ ਪੈਸੇ ਦੇ ਨਾਲ ਸਿਹਤ ਖਰੀਦ ਸਕਦਾ ਹੈ? ਕੋਈ ਕਿਸਮਤ ਬਦਲ ਸਕਦਾ ਹੈ? ਫੇਰ ਕਹਿੰਦਾ ਹੈ ਮੈਂ ਆਪਣਾ ਪੂਰਾ ਰਾਜਪਾਟ ਦੇ ਦੂੰਗਾ। ਫੇਰ ਕਹਿੰਦਾ ਹੈ ਕੋਈ ਮੈਨੂੰ ਆਪਣੀ ਮਾਂ ਨਾਲ ਮਿਲਾ ਦਿਓ, ਮੈਂ ਆਪਣਾ ਸਾਰਾ ਕੁਝ ਉਹਦੇ 'ਤੇ ਵਾਰ ਦਊਂਗਾ। ਔਰ ਫਿਰ ਆਪਣੇ ਅਹਿਲਕਾਰਾਂ ਨੂੰ ਕਹਿੰਦਾ ਹੈ ਕਿ ਜਦੋਂ ਤੁਸੀਂ ਮੇਰਾ ਜਨਾਜ਼ਾ ਲੈ ਕੇ ਜਾਓਗੇ ਤਾਂ ਮੇਰਾ ਇੱਕ ਹੱਥ ਬਾਹਰ ਰਹਿਣ ਦੇਣਾ ਕਿ ਦੁਨੀਆ ਦੇਖ ਲਵੇ ਕਿ ਖਾਲੀ ਹੱਥ ਆਇਆ ਸੀ, ਖਾਲੀ ਹੱਥ ਜਾ ਰਿਹਾ ਹੈ। ਦੋਸਤੋ, ਇਸ ਵਕਤ ਕੁਝ ਸੰਗਤ ਕਾਫੀ ਆਪਣੇ ਉੱਤੇ ਕੰਟਰੋਲ ਨਹੀਂ ਰੱਖ ਸਕੀ ਅਤੇ ਚਿਲਾਣੇ ਦੀ ਆਵਾਜ਼ ਆ ਰਹੀ ਸੀ, ਕਾਫੀ ਇਮੋਸ਼ਨਲ ਹੋ ਗਏ ਸੀ। ਅੱਗੇ ਬਾਬਾ ਜੀ ਨੇ ਫਰਮਾਇਆ ਕਿ ਉਸ ਵਕਤ ਜਿਨ੍ਹਾਂ ਨੇ ਕੰਧਾ ਦਿੱਤਾ ਹੁੰਦਾ ਹੈ ਉਹ ਰਾਮ ਨਾਮ ਸਤ ਕਰਦੇ ਜਾਂਦੇ ਹਨ। ਜੇ ਸਾਰੀ ਉਮਰ ਰਾਮ ਨਾਮ ਸਤ ਨਹੀਂ ਹੋਇਆ ਤਾਂ ਉਸ ਵਕਤ ਕਿਵੇਂ ਸਤ ਹੋ ਜਾਊਗਾ? ਦੋਸਤੋ, ਇਹ ਸਾਰੀਆਂ ਗੱਲਾਂ ਕਹਿੰਦੇ ਵਕਤ ਮੈਨੂੰ ਇਹੋ ਜਿਹਾ ਲੱਗਿਆ ਕਿ ਬਾਬਾ ਜੀ ਵੀ ਭਾਵੁਕ ਥੋੜ੍ਹੇ ਜਿਹੇ ਹੋ ਗਏ ਹੁੰਦੇ ਹਨ। ਇਹੋ ਜਿਹਾ ਮੈਨੂੰ ਲੱਗਿਆ, ਪਰ ਹੋ ਸਕਦਾ ਮੈਂ ਗਲਤ ਵੀ ਹੋ ਸਕਦਾ। ਲੇਕਿਨ ਸੰਗਤ ਤਾਂ ਡੈਫੀਨੇਟਲੀ ਰੋਣ ਲੱਗ ਗਈ ਸੀ, ਇਮੋਸ਼ਨਲ ਹੋ ਗਈ ਸੀ। ਬਾਬਾ ਜੀ ਨੇ ਫਰਮਾਇਆ ਕਿ ਇਸ ਲਈ ਸਾਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਜ਼ਿੰਦਗੀ ਦਾ ਕੀ ਲਕਸ਼ ਹੈ। ਦੋਸਤੋ, ਅੱਗੇ ਤੁਲਸੀ ਸਾਹਿਬ ਜੀ ਦੀ ਤੁਕ ਬੋਲਣਾ ਚਾਹੁੰਦਾ। ਮੁਰਸ਼ਿਦੇ ਕਾਮਿਲ ਸੇ ਮਿਲ, ਸਿਦਕ ਔਰ ਸਬੂਰੀ ਸੇ ਤਕੀ, ਜੋ ਤੁਝੇ ਦੇਗਾ ਫਹਿਮ ਸ਼ਾਹਰਗ ਕੇ ਪਾਣੇ ਕੇ लिए। ਤੁਲਸੀ ਸਾਹਿਬ ਸ਼ੇਖ ਤਕੀ ਨੂੰ ਕਹਿੰਦੇ ਹਨ ਕਿ ਕਿਸੇ ਮੁਰਸ਼ਿਦੇ ਕਾਮਿਲ ਨੂੰ ਮਿਲ, ਕਿਸੇ ਗੁਰਮੁਖ ਕੋਲੇ, ਕਿਸੇ ਸੰਤ ਕੋਲੇ ਜਾ, ਉਹ ਤੈਨੂੰ ਯੁਕਤੀ ਦੱਸੂਗਾ। ਬਾਬਾ ਜੀ ਨੇ ਸ਼ਰਾਬ ਦਾ ਵੀ ਉਦਾਹਰਨ ਦਿੱਤਾ ਸੀ ਕਿ ਹੁਣ ਇੱਕ ਕਿਸੇ ਨੇ 40-50 ਸਾਲ ਸ਼ਰਾਬ ਪੀਤੀ ਹੈ, ਉਹ ਡਾਕਟਰ ਕੋਲ ਜਾਂਦਾ ਹੈ। ਡਾਕਟਰ ਨੇ ਕਿਹਾ ਸ਼ਰਾਬ ਪੀਣੀ ਬੰਦ ਕਰ। ਸ਼ਰਾਬ ਪੀਣੀ ਬੰਦ ਕੀਤੀ, ਉਹਨੂੰ ਦਵਾਈ ਦਿੱਤੀ। ਹਫ਼ਤੇ ਬਾਅਦ ਫੇਰ ਆ ਜਾਂਦਾ ਹੈ ਕਿ ਜੀ ਕੁਝ ਬਣਿਆ ਨਹੀਂ, ਕੁਝ ਸਹੀ ਨਹੀਂ ਹੋਇਆ। ਉਹ ਡਾਕਟਰ ਕੀ ਕਹੂਗਾ? ਉਹ ਭਲੇ ਮਾਨਸ, ਤੂੰ 50 ਸਾਲ ਸ਼ਰਾਬ ਪੀਤੀ ਹੈ, ਆਪਣੇ ਸਰੀਰ ਦਾ ਸੱਤਿਆਨਾਸ਼ ਕੀਤਾ ਹੈ। ਉਹ ਜਿਹੜਾ ਤੇਰੇ ਸਰੀਰ ਉੱਤੇ ਅਸਰ ਹੋਇਆ ਹੈ ਉਹ 5 ਦਿਨਾਂ ਵਿੱਚ ਠੀਕ ਹੋ ਜਾਊਗਾ। ਉਸੇ ਤਰ੍ਹਾਂ ਇਹ ਜਿਹੜੇ ਆਪਾਂ ਨੇ ਕਰਮ ਇਕੱਠੇ ਕੀਤੇ ਹੋਏ ਹਨ ਉਹ ਕੋਈ ਇੱਕ ਦਿਨ ਵਿੱਚ ਤਾਂ ਨਹੀਂ ਖਤਮ ਹੋ ਜਾਣੇ। ਹਿਸਾਬ ਕਿਤਾਬ ਦੇਣਾ ਪਊਗਾ। ਉਸ ਵਕਤ ਐਸੀ ਸੋਚਿਆ ਨਹੀਂਗਾ। ਅੰਤ ਵਿੱਚ ਬਾਬਾ ਜੀ ਨੇ ਇੱਕ ਬਹੁਤ ਸੁੰਦਰ ਤੁਕ ਫਰਮਾਈ ਸੀ ਕਿ ਬਾਣੀ ਵਿੱਚ ਕਿਹਾ ਸੀ, ਅੰਜਨ ਮੇ ਨਿਰੰਜਨ ਰਹੀਏ, ਜੋਗ ਜੁਗਤ ਤਹਿ ਪਾਏ। ਅੱਗੇ ਡਿਟੇਲ ਵਿੱਚ ਸਮਝਾਇਆ ਸੀ। ਲਾਸਟ ਵਿੱਚ ਫਰਮਾਇਆ, ਨਾਨਕ ਕੇ ਘਰ ਕੇਵਲ ਨਾਮ।